बहुत ही सत्कारयोग अध्यापक साथियों, दोस्तों कल 28 तरीक की मीटिंग दे विच जो एजेंडे ਚੱਲੇ ਅਤੇ ਕਿਹੜੇ-ਕਿਹੜੇ ਪੇਚ ਫਸੇ ਤਾਂ ਉਹਨਾਂ ਦੇ ਸੰਬੰਧਿਤ ਜਿੰਨੀ ਕੁ ਸੂਤਰਾਂ ਨਿਊਜ਼ਪੇਪਰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਚੀਫ ਮਿਨਿਸਟਰ ਜੀ ਉਹਨਾਂ ਦੇ ਜੋ ਪ੍ਰੈਸ ਮੀਡੀਆ ਦੇ ਵਿੱਚ ਬਿਆਨ ਆਏ ਨੇ ਉਹਨਾਂ ਦਾ ਕਨਕਲੂਜਨ ਕਰਦੇ ਹੋਏ ਜੋ ਸਾਨੂੰ ਪਤਾ ਲੱਗਿਆ ਹੈ ਉਸ ਦੇ ਸੰਬੰਧ ਵਿੱਚ ਕੁਝ ਅਸੀਂ ਤੱਥ ਇਕੱਠੇ ਕੀਤੇ ਹਨ ਜਿਨ੍ਹਾਂ ਤੇ ਆਧਾਰਿਤ ਤੁਹਾਨੂੰ ਅੱਜ ਥੋੜੀ ਜੀ ਜਾਣਕਾਰੀ ਵਿੱਚ ਹੋਰ ਵਾਧਾ ਕਰਾਂਗੇ। ਦੋਸਤੋ ਵੀਡੀਓ ਥੋੜੀ ਜੀ ਲੰਬੀ ਹੋ ਸਕਦੀ ਹੈ ਅਤੇ ਥੋੜਾ ਬਹੁਤ ਜ਼ਿਆਦਾ ਡਿਟੇਲ 'ਚ ਹੋ ਸਕਦੀ ਹੈ ਤਾਂ ਅੰਤ ਤੱਕ ਜ਼ਰੂਰ ਦੇਖਣ ਦੀ ਕੋਸ਼ਿਸ਼ ਕਰਿਓ। ਤਾਂ ਦੋਸਤੋ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਆਪਣੇ ਸਾਥੀਆਂ ਦੇ ਨਾਲ ਤਾਂ ਕਿ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਹੋ ਸਕੇ। ਦੋਸਤੋ ਕੱਲ ਜੋ ਮੰਥਨ ਹੋਇਆ ਹੈ ਉਹਦੇ ਵਿੱਚ ਬਿਆਨ ਆਇਆ ਕਿ ਕਾਫੀ ਜ਼ਿਆਦਾ ਚੀਜ਼ਾਂ ਦੇ ਵਿੱਚ ਪੇਚ ਫਸੇ ਰਹੇ ਤਾਂ ਇੱਕ ਦੋ ਗੱਲਾਂ ਮੇਨ ਨੇ ਜੋ ਪਹਿਲੇ ਪਾਲਿਸੀਆਂ ਬਣ ਰਹੀਆਂ ਨੇ ਉਹਨਾਂ ਵਿੱਚ ਉਮਾ ਦੇਵੀ ਕੇਸ ਜੋ ਹੈਗਾ ਉਹ ਬਾਰ-ਬਾਰ ਅੜਿੱਕੇ ਫਸਾ ਰਿਹਾ ਤਾਂ ਇਹਨਾਂ ਅੜਿੱਕੇ ਕਿਹੜੇ-ਕਿਹੜੇ ਇਹ ਅੜਿੱਕੇ ਨੇ ਕਿਹੜੇ-ਕਿਹੜੇ ਇਹ ਬੈਰੀਅਰ ਨੇ ਜਿਹੜੇ ਇਹਦੇ ਵਿੱਚ ਬਾਰ-ਬਾਰ ਆ ਰਹੇ ਨੇ। ਤਾਂ ਦੋਸਤੋ ਇਹ ਵੀ ਨਾ ਸਮਝਿਓ ਕਿ ਅੜਿੱਕੇ ਲੱਗ ਰਹੇ ਨੇ ਤਾਂ ਜਿਹੜੇ ਮੁਲਾਜ਼ਮ ਨੇ ਉਹ ਪੱਕੇ ਨਹੀਂ ਹੋਣਗੇ। ਸਰਕਾਰਾਂ ਚਾਹਣ ਤਾਂ ਸਭ ਕੁਝ ਹੋ ਸਕਦੀਆਂ ਨੇ, ਸੰਵਿਧਾਨ ਦੇ ਵਿੱਚ ਹਰ ਚੀਜ਼ ਦਾ ਹੱਲ ਹੈ, ਠੀਕ ਹੈ ਜੀ। ਮੁਲਾਜ਼ਮ ਪੱਕੇ ਹੋਣਗੇ ਕਿਉਂਕਿ ਸਰਕਾਰਾਂ ਜਦੋਂ ਚਾਹਣ ਤਾਂ ਸਭ ਕੁਝ ਹੁੰਦਾ ਹੈ ਕਿਉਂਕਿ ਸੰਵਿਧਾਨ ਦੇ ਵਿੱਚ ਹਰ ਚੀਜ਼ ਦਾ ਹੱਲ ਹੁੰਦਾ। ਜਦੋਂ ਉਮਾ ਦੇਵੀ ਇੱਕ ਵਾਰ ਦੇ ਵਿੱਚ ਵਨ ਟਾਈਮ ਐਕਸਰਸਾਈਜ਼ ਦੇ ਵਿੱਚ ਕਹਿ ਸਕਦੀ ਹੈ ਕਿ 10 ਸਾਲਾਂ ਦੇ ਅੰਡਰ ਤੁਸੀਂ ਜਿੰਨੇ ਆਉਂਦੇ ਨੇ ਉਹਨਾਂ ਨੂੰ ਇੱਕ ਵਾਰ ਪੱਕੇ ਕਰ ਦਿਓ ਤਾਂ ਫਿਰ ਅੱਜ ਵੀ ਉਸ ਚੀਜ਼ ਦਾ ਹੱਲ ਜ਼ਰੂਰ ਨਿਕਲੇਗਾ। ਔਰ ਸਰਕਾਰਾਂ ਕਦੇ ਇੱਕ ਪਾਲਿਸੀ ਦੇ ਉੱਪਰ ਡਿਪੈਂਡ ਹੋ ਕੇ ਨਹੀਂ ਚੱਲਦੀਆਂ ਤਾਂ ਬਾਕੀ ਪਾਲਿਸੀਆਂ ਨਾਲ ਚੱਲਦੀਆਂ ਰਹਿੰਦੀਆਂ ਨੇ। ਤਾਂ ਦੋਸਤੋ ਅੱਜ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਕ ਤਾਂ ਸੰਵਿਧਾਨਿਕ ਉਹ ਕਿਹੜੇ ਆਰਟੀਕਲ ਨੇ ਜੋ ਸਿੱਧੇ ਰੈਗੂਲਰ ਹੋਣ ਦੇ ਵਿੱਚ, ਠੀਕ ਹੈ, ਜੋ ਆਊਟਸੋਰਸਿਸ ਮੁਲਾਜ਼ਮ ਨੇ ਉਹਨਾਂ ਨੂੰ ਕਠਿਨਾਈ ਆ ਰਹੀ ਹੈ, ਔਕੜਾਂ ਆ ਰਹੀਆਂ ਨੇ। ਉਸ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੇ ਅਸੀਂ ਕਿਸੇ ਆਰਟੀਕਲ ਤੋਂ ਇਹ ਲਿਆ ਕਿ ਪਹਿਲਾਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਕੁੱਲ ਆਊਟਸੋਰਸ ਕੱਚੇ ਮੁਲਾਜ਼ਮ ਹੈ ਕਿੰਨੇ ਨੇ। ਇਹ ਅਸੀਂ ਜੀ ਦ ਟਾਈਮਸ ਆਫ ਇੰਡੀਆ ਜੋ ਜਨਵਰੀ 16 2022 ਦੇ ਵਿੱਚ ਨਿਊਜ਼ਪੇਪਰ ਦੇ ਵਿੱਚ ਛਪਿਆ ਹੈ ਉੱਥੋਂ ਅਸੀਂ ਡਾਟਾ ਲਿਆ ਹੈ ਕਿ ਪੰਜਾਬ ਦੇ ਵਿੱਚ ਕੁੱਲ ਜੋ 70,000 ਕੰਟਰੈਕਚੁਅਲ ਇੰਪਲਾਈਜ਼ ਨੇ ਤੇ 60,000 ਆਊਟਸੋਰਸਡ ਜੋ ਇੰਪਲਾਈਜ਼ ਨੇ। ਤਾਂ 70,000 ਕੰਟਰੈਕਚੁਅਲ ਇੰਪਲਾਈਜ਼ ਦੋਸਤੋ ਉਹ ਨੇ ਜੋ ਪ੍ਰੋਪਰ ਐਡਵਰਟਾਈਜ਼ਮੈਂਟ ਔਰ ਸੰਵਿਧਾਨ ਦੀਆਂ ਸ਼ਰਤਾਂ ਪੂਰੀਆਂ ਕਰਦੀਆਂ ਨੇ ਔਰ 60,000 ਇੰਪਲਾਈ ਉਹ ਹੈ ਜੋ ਆਊਟਸੋਰਸ ਦਾ ਮਤਲਬ ਕੁਝ ਵੀ ਲੈ ਸਕਦੇ ਹੋ। ਇਹ ਤੁਸੀਂ ਵੱਧ ਜਾਣਕਾਰੀ ਰੱਖਦੇ ਹੋਵੋਗੇ ਕਿ ਆਊਟਸੋਰਸ ਕੌਣ ਗਿਣਦੇ ਨੇ। ਆਊਟਸੋਰਸ ਸਿਰਫ ਉਹਨਾਂ ਨੂੰ ਗਿਣਿਆ ਜਾਂਦਾ ਜਿਨ੍ਹਾਂ ਦਾ ਇਹ ਨਹੀਂ ਪਤਾ ਕਿ ਉਹ ਕਿਸ ਐਡਵਰਟਾਈਜ਼ਮੈਂਟ ਦੇ ਅੰਡਰ ਆਏ ਨੇ, ਕਿਸ ਸਕੀਮ ਦੇ ਅੰਡਰ ਆਏ ਨੇ ਜਾਂ ਕਿਸ ਠੇਕੇਦਾਰ ਵੱਲੋਂ ਜਾਂ ਏਜੰਸੀ ਵੱਲੋਂ ਰੱਖੇ ਗਏ ਨੇ। ਮੀਨਸ ਕਿ ਉਹਨਾਂ ਨੂੰ ਡੇਲੀ ਬੇਸਿਸ 'ਤੇ DC ਰੇਟ ਵਗੈਰਾ 'ਤੇ ਜਾਂ ਜਿਵੇਂ ਵੀ ਇੱਕ ਵਾਰ ਭਰਤੀ ਕਰ ਲਿਆ ਜਾਂਦਾ ਹੈ ਪਰ ਉਹ ਸਭ ਤੋਂ ਵੱਡਾ ਕੁਐਸਚਨ ਚਿੰਨ੍ਹ ਲੱਗ ਜਾਂਦਾ ਕਿ ਅਸਲ ਦੇ ਵਿੱਚ ਇਹਨਾਂ ਦੇ ਦਸਤਾਵੇਜ਼ ਕੀ ਨੇ। ਪਰ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਮਿਲਦੇ ਨੇ ਉਹਦੇ ਵਿੱਚ ਸ਼ਰਤਾਂ ਪਾਈਆਂ ਹੁੰਦੀਆਂ ਨੇ, ਉਹਦੇ ਵਿੱਚ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਭਰਤੀ ਕੀਤਾ ਜਾਂਦਾ ਤਾਂ ਉਹਨਾਂ ਨੂੰ ਅਸੀਂ ਐਡਵਰਟਾਈਜ਼ਮੈਂਟ ਦੇ ਥਰੂ ਕੰਟਰੈਕਚੁਅਲ ਸਟਾਫ ਦੇ ਵਿੱਚ ਗਿਣਦੇ ਹਾਂ। ਤਾਂ ਦੋਸਤੋ ਅੱਗੇ ਚੱਲਦੇ ਹਾਂ, ਤੁਹਾਨੂੰ ਸੰਵਿਧਾਨ ਨਾਲ ਸੰਬੰਧਿਤ ਕੁਝ ਗੱਲਾਂ ਦੱਸਦੇ ਹਾਂ ਜੋ ਸਭ ਤੋਂ ਵੱਡਾ ਰੋੜਾ ਨੇ ਡਾਇਰੈਕਟ ਰੈਗੂਲਰ ਕਰਨ ਦੇ ਵਿੱਚ। ਤਾਂ ਸੰਵਿਧਾਨ ਦੇ ਅਕੋਰਡਿੰਗ ਉਹਨਾਂ ਨੂੰ ਰੋੜਾ ਨਹੀਂ ਕਹਿ ਸਕਦੇ, ਉਹ ਸਹੀ ਸ਼ਰਤਾਂ ਕਹਿ ਸਕਦੇ ਹਾਂ ਜੋ ਕਿ ਕਿਸੇ ਵੀ ਮੁਲਾਜ਼ਮ ਨੂੰ ਭਰਤੀ ਕਰਨ ਦੇ ਲਈ ਜ਼ਰੂਰੀ ਹੁੰਦੀਆਂ ਨੇ। ਪਰ ਸਮੇਂ ਦੀਆਂ ਸਰਕਾਰਾਂ ਕਈ ਵਾਰ ਜਾਂ ਅਧਿਕਾਰੀ ਜਾਂ ਕੋਈ ਵੀ, ਅਸੀਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦੇ, ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ,
ਪਰ ਅਸੀਂ ਸਿਰਫ ਤੇ ਸਿਰਫ ਤੱਥ ਸਾਹਮਣੇ ਰੱਖ ਰਹੇ ਹਾਂ। ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈਗਾ। ਸਿਰਫ ਤੇ ਸਿਰਫ ਤੇ ਸਿਰਫ ਇਸ ਵੀਡੀਓ ਨੂੰ ਇਸ ਪੱਖ ਤੋਂ ਬਣਾ ਰਹੇ ਹਾਂ ਤਾਂ ਕਿ ਇਹ ਕੁਝ ਗਿਆਨ ਵਿੱਚ ਵਾਧਾ ਹੋ ਸਕੇ ਤੇ ਜੋ ਛਛੋਪੰਜ ਦੇ ਵਿੱਚ ਪਏ ਨੇ ਉਹਨਾਂ ਨੂੰ ਕੁਝ ਇਸ ਚੀਜ਼ ਬਾਰੇ ਪਤਾ ਲੱਗ ਸਕੇ। ਠੀਕ ਹੈ, ਹੋ ਸਕਦਾ ਕਿ ਕਿਸੇ ਤੱਥ ਅਸੀਂ ਕਿਸੇ ਸੋਰਸ ਤੋਂ ਲਿਆ ਹੋਵੇ ਤਾਂ ਉਹ ਪੂਰੀ ਤਰ੍ਹਾਂ ਠੀਕ ਨਾ ਹੋਵੇ, ਪਰ ਉਹ ਪੂਰੀ ਤਰ੍ਹਾਂ ਗਲਤ ਵੀ ਨਹੀਂ ਹੋ ਸਕਦਾ। ਤਾਂ ਦੋਸਤੋ, ਸਭ ਤੋਂ ਪਹਿਲਾਂ ਅਸੀਂ ਇੱਕ ਕੇਸ ਦੀ ਗੱਲ ਕਰਦੇ ਹਾਂ ਜਿਹਦੇ ਬਾਰੇ ਚਾਰੇ ਪਾਸੇ ਚਰਚਾ ਹੋ ਰਹੀ ਹੈ। ਇਹ ਉਮਾ ਦੇਵੀ ਅਤੇ ਹੋਰ ਜੋ ਜਵਾਬਦਾਤਾ ਨੇ ਕੇਸ ਹੈ। ਇਹ ਕੇਸ ਜੀ ਕਿਸ ਸਿਵਲ ਪਟੀਸ਼ਨ ਤੇ ਲੱਗਿਆ ਸੀ? ਠੀਕ ਹੈ, ਇਹ 77 ਕਰਨਾਟਕ ਰਾਜ ਅਤੇ ਹੋਰਾਂ ਦੇ ਵਿਚਕਾਰ ਸੀਗਾ ਤੇ ਇਹ ਵਾਲੇ ਬੈਂਚ ਨੇ ਇੰਨੀ ਤਰੀਕ ਨੂੰ ਇਹਦਾ ਜੋ ਰਿਜ਼ਲਟ ਸੀ, ਜੋ ਡਿਸੀਜਨ ਸੀ, ਉਹ ਦੇ ਦਿੱਤਾ ਸੀ। ਤਾਂ ਉਹ ਕਿਹੜੇ ਕਿਹੜੇ ਆਰਟੀਕਲ ਨੇ ਜੋ ਮੇਨ ਜੋ ਆਊਟਸੋਰਸ ਮੁਲਾਜ਼ਮ ਨੇ ਉਹਨਾਂ ਦੇ ਲਈ ਇੱਕ ਦਿੱਕਤ ਖੜੀ ਕਰ ਰਹੇ ਨੇ। ਤਾਂ ਦੋਸਤੋ, ਸਭ ਤੋਂ ਪਹਿਲਾਂ ਤਾਂ ਅਸੀਂ 226 ਦੀ ਗੱਲ ਕਰਦੇ ਹਾਂ। 226 ਜਿਹੜਾ ਹੈਗਾ ਗਾ, ਇਹ ਰਿਟ ਜਾਰੀ ਕਰਨ ਦੀ ਜਿਹੜੀ ਸ਼ਕਤੀ ਆ ਇਹ ਕੋਰਟਾਂ ਨੂੰ ਪ੍ਰਦਾਨ ਕੀਤੀ ਹੋਈ ਹੈ ਕਿ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੰਵਿਧਾਨ ਦੇ ਅਕੋਰਡਿੰਗ ਗੱਲ ਨਹੀਂ ਹੈਗੀ ਤਾਂ ਉਸ ਲਈ ਰਿਟ ਹੈ ਜਿਹੜੀ ਉਹ ਜਾਰੀ ਹੋ ਸਕਦੀ ਹੈ। ਤਾਂ ਇਹ 226 ਆਰਟੀਕਲ ਦੀ ਗੱਲ ਉਮਾ ਦੇਵੀ ਜੋ ਜੱਜਮੈਂਟ ਆ ਉਹਦੇ ਵਿੱਚ ਕੀਤੀ ਗਈ ਹੈ। ਉਸ ਤੋਂ ਬਾਅਦ ਅੱਗੇ ਹੈ ਜੀ 309 ਨੰਬਰ, ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਸੇ ਵੀ ਭਰਤੀ ਨੂੰ ਕਰਨ ਦੇ ਲਈ ਇੰਨਾ ਹੀ 309 ਦੇ ਅੰਡਰ ਜੋ ਸਾਡੇ ਕੋਲੇ ਯੂਨੀਅਨ ਜਾਂ ਰਾਜ ਸਟੇਟ ਗੌਰਮੈਂਟਸ ਬਣੀਆਂ ਜਾਂ ਅੱਗੇ ਸਾਡੇ ਕੋਲੇ ਜੋ ਵੀ ਸਥਾਨਕ ਸਰਕਾਰਾਂ ਬਣੀਆਂ ਨੇ ਤਾਂ ਉਹ ਕੰਟਰੋਲ ਕਰਦੀਆਂ ਨੇ। ਉਹ ਅਸਾਮੀਆਂ ਨੂੰ ਭਰਨ ਦੇ ਲਈ ਉਹਨਾਂ ਦੇ ਉੱਤੇ ਕੰਟਰੋਲ ਕਰਦੀਆਂ ਨੇ ਤੇ ਅਸਾਮੀਆਂ ਨੂੰ ਭਰਨ ਦੇ ਲਈ ਜੋ ਵੀ ਰੂਲ ਬਣਦੇ ਨੇ ਉਹ ਕੀ ਨੇ? ਇਹ ਜਿਹੜੇ ਸੰਵਿਧਾਨ ਦੇ ਵਿੱਚ ਸਾਡੇ ਕੋਲੇ ਸ਼ਰਤਾਂ ਲਿਖੀਆਂ ਨੇ ਉਹਨਾਂ ਦੇ ਹਿਸਾਬ ਨਾਲ ਹੀ ਹੁੰਦਾ ਹੈ। ਸੇਵਾਵਾਂ ਅਤੇ ਨਿਯੁਕਤੀਆਂ ਦੇ ਮਾਮਲੇ ਵਿੱਚ ਭਰਤੀ ਨੂੰ ਨਿਯਮਤ ਕਰਨ ਲਈ, ਨਿਯਮਤ ਬਣਾਉਣ ਅਤੇ ਨਿਯੁਕਤ ਕੀਤੇ ਵਿਅਕਤੀਆਂ ਦੀ ਸੇਵਾ ਦੀਆਂ ਸ਼ਰਤਾਂ ਨੂੰ ਅਜਿਹੀਆਂ ਸੇਵਾਵਾਂ ਅਤੇ ਅਸਾਮੀਆਂ ਲਈ ਨਿਰਦੇਸ਼ ਦੇ ਸਕਦਾ ਹੈ ਜਦੋਂ ਤੱਕ ਕਿ ਉਸ ਲਈ ਪ੍ਰਬੰਧ ਨਹੀਂ ਕੀਤਾ ਜਾਂਦਾ ਜਾਂ ਇਸ ਲੇਖ ਦੇ ਅਧੀਨ ਢੁਕਵੀਂ ਵਿਧਾਨ ਸਭਾ ਦੇ ਕਿਸੇ ਐਕਟ ਅਧੀਨ ਅਤੇ ਇਸੇ ਤਰ੍ਹਾਂ ਬਣਾਏ ਗਏ ਕੋਈ ਵੀ ਨਿਯਮ ਅਜਿਹੇ ਕਿਸੇ ਵੀ ਕਾਨੂੰਨ ਦੇ ਉਪਬੰਧਾਂ ਦੇ ਅਧੀਨ ਲਾਗੂ ਹੋਣਗੇ। ਤਾਂ ਦੋਸਤੋ, ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿ ਵਿਧਾਨ ਸਭਾ 'ਚ ਜਾਂ ਕਿਤੇ ਵੀ ਕੋਈ ਵੀ ਕਿਸੇ ਵੀ ਅਸਾਮੀਆਂ ਨੂੰ ਭਰਨ ਦੇ ਲਈ, ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਵਿਧਾਨ ਸਭਾ ਕੋਲ ਰਾਸ਼ਟਰਪਤੀ, ਰਾਜਪਾਲ ਤੇ ਹੋਰ ਜਿਹੜੀਆਂ ਅਥਾਰਟੀਆਂ ਨੇ ਕੰਟਰੋਲ ਕਰਨ ਦੀਆਂ ਉਹਨਾਂ ਕੋਲੇ ਇਹ ਅਧਿਕਾਰ ਹੈ। ਤੇ ਪਰ ਇੱਥੇ ਨਿਯਮਾਂ ਨੂੰ ਜੋ ਨਿਰਦੇਸ਼ ਦਿੱਤੇ ਗਏ ਨੇ, ਨਿਯਮਾਵਲੀ ਹੈ, ਉਸ ਨੂੰ ਫੋਲੋ ਕਰਕੇ ਹੀ ਇਹ ਸਭ ਕੁਝ ਕੀਤਾ ਜਾ ਸਕਦਾ ਹੈ। ਤਾਂ ਸਮਝ ਗਏ ਹੋਵੋਗੇ ਕਿ ਟਾਈਮ ਕਿਉਂ ਲੱਗ ਰਿਹਾ। ਠੀਕ ਹੈ, ਅੱਗੇ ਦੋਸਤੋ 12 ਨੰਬਰ ਆਰਟੀਕਲ ਦੀ ਗੱਲ ਕਰਦੇ ਹਾਂ। ਆਰਟੀਕਲ 12, ਇਸ ਦੀ ਪਰਿਭਾਸ਼ਾ ਇਸ ਹਿੱਸੇ ਵਿੱਚ ਜਦੋਂ ਤੱਕ ਕਿ ਸੰਦਰਭ ਵਿੱਚ ਹੋਰ ਲੋੜ ਨਾ ਹੋਵੇ ਰਾਜ ਵਿੱਚ ਭਾਰਤ ਦੀ ਸਰਕਾਰ ਅਤੇ ਸੰਸਦ ਅਤੇ ਹਰੇਕ ਰਾਜ ਦੀ ਸਰਕਾਰ ਅਤੇ ਵਿਧਾਨ ਸਭਾ ਅਤੇ ਭਾਰਤ ਦੇ ਖੇਤਰ ਦੇ ਅੰਦਰ ਜਾਂ ਰਾਜ ਦੇ ਨਿਯੰਤਰਣ ਅਧੀਨ ਸਾਰੀਆਂ ਸਥਾਨਕ ਜਾਂ ਹੋਰ ਅਥਾਰਟੀਆਂ ਸ਼ਾਮਿਲ ਹੁੰਦੀਆਂ ਹਨ। ਭਾਰਤ ਸਰਕਾਰ ਤਾਂ ਅਥਾਰਟੀ, ਇਹ ਸਾਰੀਆਂ ਅਥਾਰਟਾਈਜ਼ ਜਿਹੜੀਆਂ ਏਜੰਸੀਜ਼ ਜਾਂ ਸਾਡੀਆਂ ਸਰਕਾਰਾਂ ਬਣਾਈਆਂ ਹੋਈਆਂ ਨੇ ਥੱਲੇ ਤੱਕ, ਉਹਨਾਂ ਬਾਰੇ ਹੈ ਜਿਹਦਾ ਜ਼ਿਕਰ ਵੀ ਉਮਾ ਦੇਵੀ ਜੱਜਮੈਂਟ ਵਿੱਚ ਕੀਤਾ ਗਿਆ ਹੈ। ਤਾਂ ਅੱਗੇ ਚੱਲਦੇ ਹਾਂ ਜੀ। ਆਰਟੀਕਲ 14 ਸਭ ਤੋਂ ਇੰਪੋਰਟੈਂਟ ਜੋ ਕਿ ਸਭ ਤੋਂ ਵੱਧ ਇਸ ਵਿੱਚ ਇੱਕ ਕਾਨੂੰਨੀ ਅੜਚਨ ਬਣ ਰਹੀ ਹੈ। ਕਿਸੇ ਵੀ ਜੋ ਕੰਟਰੈਕਚੁਅਲ ਇੰਪਲਾਈ ਹੈ ਜਾਂ ਆਊਟਸੋਰਸ ਇੰਪਲਾਈ ਹੈ ਉਸ ਨੂੰ ਰੈਗੂਲਰ ਕਰਨ ਦੇ ਲਈ, ਕਿਉਂਕਿ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਦੋਂ ਸਾਰੇ ਰੂਲਸ ਫੋਲੋ ਕੀਤੇ ਜਾਂਦੇ ਆ, ਪਰ ਪੰਜਾਬ ਦੇ ਵਿੱਚ ਕਾਫੀ ਭਰਤੀਆਂ ਦੇ ਵਿੱਚ ਇਸ ਚੀਜ਼ ਨੂੰ ਅਣਦੇਖਿਆ ਕੀਤਾ ਗਿਆ ਕਿ ਬਰਾਬਰਤਾ ਦਾ ਜੋ ਕਾਨੂੰਨ ਹੈ ਉਸ ਦੀਆਂ ਅਣਗਹਿਲੀ ਬਹੁਤ ਵੱਡੇ ਪੱਧਰ 'ਤੇ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ, ਜੋ ਕਿ ਇਹ ਇੱਕ ਰੋੜਾ ਬਣ ਰਿਹਾ ਹੈ ਰਾਹ ਵਿੱਚ। ਤਾਂ ਆਰਟੀਕਲ 14 ਸਾਰੇ ਵਿਅਕਤੀਆਂ ਨੂੰ ਕਾਨੂੰਨ ਦੇ ਸਾਹਮਣੇ ਬਰਾਬਰਤਾ ਅਤੇ
ਕਾਨੂੰਨਾਂ ਦੀ ਬਰਾਬਰ ਸੁਰੱਖਿਆ ਦੀ ਗਰੰਟੀ ਦਿੰਦਾ ਹੈ। ਆਰਟੀਕਲ 19, 20, 21, 22 ਨੂੰ ਆਜ਼ਾਦੀ ਦਾ ਅਧਿਕਾਰ ਦੇ ਵਿਆਪਕ ਸਿਰਲੇਖ ਹੇਠ ਸਮੂਹਬੱਧ ਕੀਤਾ ਗਿਆ। ਆਰਟੀਕਲ 19 ਦੀ ਉਲੰਘਣਾ ਕੀਤੀ ਜਾਂਦੀ ਹੈ ਜੇਕਰ ਕੋਈ ਵੀ ਨਾਗਰਿਕ ਅਸਥਾਈ ਤੌਰ 'ਤੇ ਜਾਂ ਸਥਾਈ ਤੌਰ 'ਤੇ ਇਸ ਵਿੱਚ ਦੱਸੇ ਗਏ ਕਿਸੇ ਵੀ ਅਧਿਕਾਰ ਤੋਂ ਵਾਂਝਾ ਹੁੰਦਾ ਹੈ। ਤਾਂ ਦੋਸਤੋ, ਅਗਰ ਕਿਸੇ ਵੀ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਤਾਂ ਉਹਦੇ ਵਿਰੁੱਧ ਰਿਟ ਪੈਂਦੀ ਹੈ, ਕਿਉਂਕਿ ਸਮਾਨਤਾ ਦਾ ਅਧਿਕਾਰ ਇੱਕ ਫੰਡਾਮੈਂਟਲ ਰਾਈਟ ਹੈ ਜੀ, ਤੇ ਇਹ ਜ਼ਰੂਰੀ ਹੈ ਇਸ ਨੂੰ ਮੰਨਣਾ। ਤੇ ਦੋਸਤੋ, ਅਗਲੀ ਜੋ ਗੱਲ ਹੈ ਉਹ 16 ਨੰਬਰ ਆਰਟੀਕਲ ਹੈ, ਜੋ ਅਨੁਛੇਦ 16। ਦੋਸਤੋ, ਇਸ ਨੂੰ ਜ਼ਰੂਰ ਧਿਆਨ ਨਾਲ ਦੇਖਣਾ, ਕਿਉਂਕਿ ਮਾਸਟਰ ਕਾਡਰ ਤੇ ਟੈਟ ਦੇ ਵਿੱਚ ਵੀ ਤੁਹਾਡੇ ਬਹੁਤ ਕੰਮ ਆਉਣ ਵਾਲੀ ਚੀਜ਼ ਹੈ। ਤਾਂ 16 ਜਨਤਕ ਰੁਜ਼ਗਾਰ ਦੇ ਮਾਮਲਿਆਂ ਵਿੱਚ ਇਹ ਸਭ ਤੋਂ ਇੰਪੋਰਟੈਂਟ 16 ਨੰਬਰ ਆਰਟੀਕਲ ਹੈ ਜੀ, ਸਭ ਤੋਂ ਇੰਪੋਰਟੈਂਟ। ਜਨਤਕ ਰੁਜ਼ਗਾਰ ਦੇ ਮਾਮਲਿਆਂ ਵਿੱਚ ਮੌਕੇ ਦੀ ਸਮਾਨਤਾ। ਹਾਂਜੀ, ਜਦੋਂ ਵੀ ਮੰਨ ਲਓ ਕੋਈ ਕਿਸੇ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਬਣ ਗਈ ਹੈ ਪਾਲਿਸੀ ਜਿਹਦੇ ਵਿੱਚ ਇਸ ਚੀਜ਼ ਨੂੰ ਅਣਦੇਖਿਆ ਕੀਤਾ ਗਿਆ ਤੇ ਭਰਤੀ ਵੇਲੇ ਵੀ ਇਸ ਚੀਜ਼ ਨੂੰ ਅਣਦੇਖਿਆ ਕੀਤਾ ਗਿਆ, ਤਾਂ ਕਦੇ ਵੀ 16 ਨੰਬਰ ਆਰਟੀਕਲ ਅਨੁਛੇਦ 16 ਦੇ ਅਕੋਰਡਿੰਗ ਰਿਟ ਪੈ ਸਕਦੀ ਹੈ, ਕਿਉਂਕਿ ਉਹਦੇ ਵਿੱਚ ਜੋ ਬਾਕੀ ਬੇਰੁਜ਼ਗਾਰ ਬਚ ਗਏ, ਜੋ ਫਰੈਸ਼ਰ ਬਚ ਗਏ, ਜਾਂ ਕੁਝ ਵੀ ਕਹਿ ਸਕਦੇ ਹੋ ਜੋ ਹਜੇ ਨਵੇਂ ਨੌਕਰੀਆਂ ਮੰਗ ਰਹੇ ਨੇ, ਤਾਂ ਕਿਉਂਕਿ ਜੋ ਆਊਟਸੋਰਸਿਸ ਨੇ ਉਹਨਾਂ ਦੀ ਜਿਹੜੀ ਭਰਤੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਅਸੈਂਸ਼ਨ ਪੋਸਟ ਹੁੰਦੀ ਹੈ, ਮਨਜ਼ੂਰਸ਼ੁਦਾ ਅਸਾਮੀਆਂ ਨੇ, ਉਹਨਾਂ ਦੇ ਵਿੱਚ ਨਾ ਕਰਕੇ ਇੱਕ ਨਵਾਂ ਹੀ ਕੁਝ ਕ੍ਰੀਏਟ ਕਰ ਦਿੱਤਾ ਜਾਂਦਾ। ਜਿਵੇਂ ਕਿ ਸਿੱਖਿਆ ਵਿਭਾਗ ਦੇ ਵਿੱਚ ਇਹ ਚੀਜ਼ ਭਲੀ ਭਾਂਤੀ ਸਾਰੇ ਅਧਿਆਪਕ ਜਾਣਦੇ ਨੇ, ਤੇ ਬਹੁਤ ਸਾਰੇ ਹੋਰ ਜਿਹੜੇ ਇਸ ਤਰ੍ਹਾਂ ਦੇ ਮਹਿਕਮੇ ਨੇ ਜਿਨ੍ਹਾਂ ਦੇ ਵਿੱਚ ਇਹ ਕੁਝ ਹੋਇਆ ਉਹ ਅਸੈਂਸ਼ਨ ਪੋਸਟਾਂ ਦੇ ਜਗ੍ਹਾ 'ਤੇ ਕੁਝ ਨਵਾਂ ਇੱਕ ਏਜੰਸੀ ਕ੍ਰੀਏਟ ਕਰਕੇ ਜਾਂ ਜੋ ਸੈਂਟਰ ਗੌਰਮੈਂਟ ਦੀਆਂ ਸਕੀਮਾਂ ਉਹਨਾਂ ਦੇ ਅੰਡਰ ਭਰਤੀ ਕਰ ਲਿਆ, ਪਰ ਮਨਜ਼ੂਰਸ਼ੁਦਾ ਅਸਾਮੀਆਂ ਜੋ ਪਹਿਲਾਂ ਹੀ ਹੈਗੀਆਂ ਸੀ ਖਾਲੀ, ਉਹਨਾਂ ਦੇ ਉੱਪਰ ਨਹੀਂ ਕੀਤਾ ਗਿਆ। ਤਾਂ ਇਸ ਚੀਜ਼ ਦਾ ਜੋ ਹੈਗਾ ਸਭ ਤੋਂ ਵੱਡਾ ਰੋੜਾ ਬਣਦਾ ਕਿ ਇਹ ਕਦੇ ਵੀ ਇਸ ਚੀਜ਼ ਦੇ ਉੱਤੇ ਰਿਟ ਪੈ ਸਕਦੀ ਹੈ ਕਿ ਜੋ ਖਾਲੀ ਅਸਾਮੀਆਂ ਨੇ ਉਹਨਾਂ ਦੇ ਉੱਪਰ ਇਹਨਾਂ ਨੂੰ, ਜਿਨ੍ਹਾਂ ਦੀ ਭਰਤੀ ਦਾ ਕੋਈ ਪੱਕਾ ਸਬੂਤ ਨਹੀਂ ਹੈਗਾ, ਉਹਨਾਂ ਨੂੰ ਲਗਾ ਦਿੱਤਾ ਗਿਆ ਹੈ। ਪਰ ਜੋ ਕੰਟਰੈਕਚੁਅਲ ਕਾਮੇ ਹੁੰਦੇ ਆ ਉਹ ਪ੍ਰੋਪਰ ਆਪਣੀ ਜੋ ਅਸਾਮੀ ਹੁੰਦੀ ਆ ਉਹਦੇ ਉੱਪਰ ਭਰਤੀ ਹੁੰਦੇ ਨੇ, ਬਟ ਆਊਟਸੋਰਸਿਸ ਦੀ ਕਿਤੇ ਨਾ ਕਿਤੇ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ। ਤਾਂ ਇੱਥੇ ਨਿਯੁਕਤੀ ਨਾਲ ਸੰਬੰਧਿਤ ਜੋ ਮਾਮਲੇ ਨੇ ਉਹਨਾਂ ਵਿੱਚ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਦੇਣੇ, ਮੀਨਸ ਕਿ ਉਹਨਾਂ ਨੂੰ ਮੌਕੇ ਦੇਣੇ ਕਿ ਜੀ ਓਪਨ ਜੋ ਭਰਤੀਆਂ ਕੱਢਣੀਆਂ ਸਭ ਨੂੰ ਦੱਸਣਾ ਕਿ ਜੋ ਇਹਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਕਰੇ ਜੀ। ਉਹਦੇ ਨੋਰਮਸ ਹੁੰਦੇ ਆ, ਨੋਰਮਸ ਦੇ ਅਕੋਰਡਿੰਗ ਉਸ ਤੋਂ ਬਾਅਦ ਫਿਰ ਟੈਸਟ ਵਗੈਰਾ ਦੇ ਕੇ ਆ ਸਕਦੇ ਹੋ। ਤਾਂ ਸਮਝ ਗਏ ਹੋਵੋਗੇ ਕਿ ਇਹ ਤੁਹਾਨੂੰ ਆਰਟੀਕਲ ਕਿਉਂ ਦਿਖਾਏ ਗਏ ਨੇ। ਤਾਂ ਅੱਗੇ ਗੱਲ ਕਰਦੇ ਹਾਂ ਜੀ। ਹੁਣ ਅਸੀਂ ਦੇਖਦੇ ਹਾਂ ਕਿ ਜੱਜਮੈਂਟ ਸ਼ੁਰੂ ਹੋਈ, ਉਹਦੇ ਅਸੀਂ ਇਹ ਪੰਜਾਬੀ ਦੇ ਵਿੱਚ ਜੀ ਜੱਜਮੈਂਟ ਕਲੈਕਟ ਕੀਤੀ ਹੈ। ਇਹਦੇ ਕੁਝ ਪਾਰਟ ਕਲੈਕਟ ਕੀਤੇ ਆ ਜਿਹੜੇ ਕਿ ਤੁਹਾਡੇ ਕੰਮ ਆਉਣ ਵਾਲੇ ਨੇ, ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤਾਂ ਉਹਨਾਂ ਨੇ ਕਿਹਾ ਕਿ ਇੱਕ ਪ੍ਰਭੂ ਸੱਤਾ ਸੰਪੰਨ ਸਰਕਾਰ ਹੈ ਜੀ, ਦੇਸ਼ ਦੀ ਆਰਥਿਕ ਸਥਿਤੀ ਅਤੇ ਕੀਤੇ ਜਾਣ ਵਾਲੇ ਕੰਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਸਥਾਈ ਨਿਯੁਕਤੀਆਂ ਕਰਨ ਜਾਂ ਦਿਹਾੜੀਦਾਰ ਮਜ਼ਦੂਰਾਂ ਨੂੰ ਸ਼ਾਮਲ ਕਰਨ ਤੋਂ ਰੋਕਿਆ ਨਹੀਂ ਜਾਂਦਾ ਹੈ। ਨਵੇਂ ਬਣਾਏ ਗਏ ਕਾਨੂੰਨ ਨੈਸ਼ਨਲ ਰੂਰਲ ਐਮਪਲਾਇਮੈਂਟ ਗਰੰਟੀ ਐਕਟ 2005, ਇਸ ਤੋਂ ਤੁਸੀਂ ਭਲੇ ਭਾਂਤੀ ਜਾਣੂ ਹੋਵੋਗੇ, ਦੇ ਅਨੁਸਾਰ ਉਦੇਸ਼ ਇੱਕ ਪਰਿਵਾਰ ਦੇ ਘੱਟੋ ਘੱਟ ਇੱਕ ਮੈਂਬਰ ਨੂੰ 1 ਸਾਲ ਵਿੱਚ 100 ਦਿਨਾਂ ਲਈ, ਮੀਨਸ ਕਿ ਜੋ ਤੁਸੀਂ ਮਨਰੇਗਾ ਦੀ ਗੱਲ ਕਰਦੇ ਹੋ ਉਹਦਾ ਵੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਤਾਂ ਤਹਿਤ ਨਿਰਧਾਰਿਤ ਕੀਤੀ ਜਾਂਦੀ ਉਜਰਤ ਭੁਗਤਾਨ ਕਰਨਾ ਹੈ, ਪਰ ਭਰਤੀ ਜਾਂ ਨਿਯੁਕਤੀ ਦੀ ਇੱਕ ਨਿਯਮਿਤ ਪ੍ਰਕਿਰਿਆ ਦਾ ਸਹਾਰਾ ਲੈਣਾ ਪੈਂਦਾ ਹੈ। ਦੇਖੋ ਜੀ, ਉਹਨਾਂ ਨੇ ਸਟਾਰਟਿੰਗ ਹੀ ਇੱਥੋਂ ਕੀਤੀ ਹੈ। ਨਿਯਮਿਤ ਤੌਰ ਤੇ ਖਾਲੀ ਅਸਾਮੀਆਂ ਕਿਸੇ ਖਾਸ ਸਮੇਂ ਭਰੀਆਂ ਜਾਣੀਆਂ ਹੁੰਦੀਆਂ ਹਨ ਅਤੇ ਉਹਨਾਂ ਅਸਾਮੀਆਂ ਨੂੰ ਭਰਨ ਦਾ ਕੰਮ ਬੇਤੁਕੇ ਢੰਗ ਨਾਲ ਜਾਂ ਆਧਾਰ ਤੇ ਨਹੀਂ ਕੀਤਾ ਜਾ ਸਕਦਾ। ਸਰਪ੍ਰਸਤੀ ਜਾਂ ਹੋਰ ਵਿਚਾਰ ਨਿਯਮਤ ਨਿਯੁਕਤੀ ਦਾ ਨਿਯਮ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਤਾਂ ਉਹਨਾਂ ਨੇ ਇਹਦੇ ਵਿੱਚ ਇੱਕ ਆਪਣੀ ਸਟੇਟਮੈਂਟ 'ਚ ਇਹ ਗੱਲ ਕਹੀ ਕਿ ਪ੍ਰੋਪਰ ਤਰੀਕੇ ਨਾਲ ਹੋਣਾ ਚਾਹੀਦਾ ਹੈ। ਅੱਗੇ ਜੀ, ਸੰਵਿਧਾਨਕ ਯੋਜਨਾ ਦੇ ਤਹਿਤ ਸਿਵਲ ਸਰਵੈਂਟ ਨੂੰ ਦਿੱਤੇ ਗਏ ਕਾਰਜਕਾਲ ਦੀ ਸੁਰੱਖਿਆ ਅਤੇ ਬਰਾਬਰੀ ਦੇ ਅਧਿਕਾਰ ਤੋਂ ਵਾਂਝਾ ਕਰ ਦੇਵੇਗਾ। ਇਹ ਪ੍ਰਵਾਨਿਤ ਸੇਵਾ ਨਿਆਂ ਸ਼ਾਸਤਰ ਨੂੰ
ਨਕਾਰਨ ਦੇ ਬਰਾਬਰ ਵੀ ਹੋ ਸਕਦਾ। ਇਸ ਲਈ ਜਦੋਂ ਸੰਵਿਧਾਨ ਦੇ ਅਨੁਛੇਦ 309 ਦੇ ਤਹਿਤ ਵਿਧਾਨਿਕ ਨਿਯਮ ਬਣਾਏ ਜਾਂਦੇ ਨੇ ਜੋ ਕਿ ਵਿਸਤ੍ਰਿਤ ਹਨ, ਨੂੰ ਅਪਣਾਉਣ ਦਾ ਇੱਕੋ ਇੱਕ ਨਿਰਪੱਖ ਤਰੀਕਾ ਹੈ ਕਿ ਇਸ ਤਰ੍ਹਾਂ ਬਣਾਏ ਗਏ ਨਿਯਮਾਂ ਦੇ ਆਧਾਰ 'ਤੇ ਨਿਯੁਕਤੀਆਂ ਕੀਤੀਆਂ ਜਾਣ। ਜੋ ਅਸੀਂ 309 ਦੀ ਪਹਿਲਾਂ ਗੱਲ ਕੀਤੀ ਹੈ ਜੀ, ਉਹਦੇ ਵਿੱਚ ਕੰਟਰੋਲ ਦੀ ਸ਼ਾਖਾ ਦਿੱਤੀ ਗਈ ਹੈ, ਬਟ ਜਿਹੜੀਆਂ ਸ਼ਰਤਾਂ ਨੇ ਸੰਵਿਧਾਨ ਦੇ ਅਕੋਰਡਿੰਗ ਹੀ ਭਰਤੀ ਕੀਤੀ ਜਾਣੀ ਜ਼ਰੂਰੀ ਹੈ। ਤਾਂ ਇਹਦੇ ਵਿੱਚ ਇਸ ਚੀਜ਼ ਬਾਰੇ ਪ੍ਰੋਪਰਲੀ ਦੱਸਿਆ ਗਿਆ ਹੈ। ਤਾਂ ਅੱਗੇ ਦੇਖੋ ਜੀ, ਜਿਹੜੀ ਕਰਨਾਟਕਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਇਹ 1999 ਦੀ, ਠੀਕ ਹੈ ਜੀ, ਅਪੀਲ ਨੰਬਰ ਸੀਗੀ। ਤੇ ਇਹ ਜਿਹੜੇ ਮੁਲਾਜ਼ਮ ਸੀ ਜਾਂ ਜਿਨ੍ਹਾਂ ਬਾਰੇ ਸੀ, 84 ਤੋਂ ਚੱਲਦਾ ਆ ਰਿਹਾ ਸੀ ਜੀ, ਠੀਕ ਹੈ ਜੀ, 84 85 86 ਦੇ ਵਿੱਚ ਲੱਗੇ ਸੀਗੇ, ਠੀਕ ਹੈ। ਤੇ ਉਸ ਤੋਂ ਬਾਅਦ ਇਹ ਇੱਕ ਇਹਨਾਂ ਨੇ ਵਿਭਾਗ ਦਿੱਤਾ ਜੀ, ਵਪਾਰਕ ਟੈਕਸ ਵਿਭਾਗ ਦੇ ਵਿੱਚ ਅਸਥਾਈ ਤੌਰ 'ਤੇ ਮਜ਼ਦੂਰ ਜੋ ਰੋਜ਼ਾਨਾ ਮਜ਼ਦੂਰੀ ਦੇ ਉੱਤੇ, ਡੇਲੀ ਵੇਜਸ ਦੇ ਉੱਤੇ, ਕੰਮ ਦੇ ਉੱਤੇ ਲੱਗੇ ਹੋਏ ਸੀ। ਤਾਂ ਉਹਨਾਂ ਦੇ ਅਕੋਰਡਿੰਗ ਇਹਨਾਂ ਨੇ ਆਪਣੇ ਦਾਅਵੇ ਨਾਲ 1997 ਵਿੱਚ ਪ੍ਰਬੰਧਕੀ ਟ੍ਰਿਬਿਊਨਲ ਕੋਲ ਪਹੁੰਚ ਕੀਤੀ। ਪ੍ਰਸ਼ਾਸਕੀ ਟ੍ਰਿਬਿਊਨਲ ਨੇ ਉਹਨਾਂ ਦੇ ਦਾਅਵਿਆਂ ਨੂੰ ਇਹ ਪਤਾ ਲਗਾਉਂਦੇ ਹੋਏ ਰੱਦ ਕਰ ਦਿੱਤਾ ਕਿ ਉਹਨਾਂ ਨੇ ਜਾਂ ਤਾਂ ਨਿਯਮਤ ਤੌਰ 'ਤੇ ਨਿਯੁਕਤ ਕੀਤੇ ਗਏ ਹੋਰਾਂ ਦੇ ਬਰਾਬਰ ਉਜਰਤ ਪ੍ਰਾਪਤ ਕਰਨ ਜਾਂ ਨਿਯਮਤ ਕਰਨ ਦਾ ਅਧਿਕਾਰ ਨਹੀਂ ਬਣਾਇਆ ਹੈ, ਕਿ ਜੀ ਇਹ ਸਹੀ ਨਹੀਂ ਕੀਤਾ ਹੋਇਆ, ਠੀਕ ਹੈ। ਤਾਂ ਉਸ ਤੋਂ ਬਾਅਦ ਫਿਰ ਕੁਛ ਨਾ ਕੁਛ ਮਾਮਲਾ ਚੱਲਿਆ ਤੇ ਹਾਈ ਕੋਰਟ ਦੇ ਵਿੱਚ ਉਸ ਮਾਮਲੇ ਨੂੰ ਪੇਸ਼ ਕੀਤਾ ਗਿਆ ਤੇ ਸਿੰਗਲ ਬੈਂਚ ਨੇ ਕਰਨਾਟਕਾ ਦੇ ਵਿੱਚ ਉਸ ਚੀਜ਼ ਨੂੰ ਮਨਜ਼ੂਰ ਕਰ ਦਿੱਤਾ ਉਹਨਾਂ ਨੂੰ ਰੈਗੂਲਰ ਕਰਨ ਦੇ ਲਈ। ਪਰ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਦੇ ਵਿੱਚ ਰਿਟ ਪੈਂਦੀ ਹੈ ਤੇ ਟ੍ਰਿਪਲ ਬੈਂਚ ਜਿਹਦੀ ਕਹਾਣੀ ਇੱਥੇ ਅਸੀਂ ਤੁਹਾਨੂੰ ਦੱਸਾਂਗੇ। ਟ੍ਰਿਪਲ ਬੈਂਚ ਦੇ ਕੋਲ ਫਿਰ ਇਹ ਜੱਜਮੈਂਟ ਹੁੰਦੀ ਹੈ, ਠੀਕ ਹੈ ਜੀ। ਤਾਂ ਅੱਗੇ ਦੇਖੋ, ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਜੱਜਮੈਂਟ ਹੁੰਦੀ ਹੈ ਤਾਂ ਕੀ ਕਿਹਾ ਗਿਆ, ਇਹਨਾਂ ਮਾਮਲਿਆਂ ਨੂੰ ਮਾਣਯੋਗ ਚੀਫ ਜਸਟਿਸ ਦੇ ਸਾਹਮਣੇ ਢੁਕਵੇਂ ਹੁਕਮਾਂ ਲਈ ਰੱਖਿਆ ਜਾਵੇ। ਇਸ ਲਈ ਸਾਨੂੰ ਇੱਥੇ ਇਸ ਮੁੱਦੇ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ, ਠੀਕ ਹੈ ਜੀ। ਤਾਂ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਗਿਆ, ਲਮਕਿਆ, ਫਿਰ ਕਿਤੇ ਜਾ ਕੇ ਇਸ ਗੱਲ ਨੂੰ ਸਿਰੇ ਲਾਇਆ ਗਿਆ। ਉਹਨਾਂ ਨੂੰ ਹੁਕਮ ਹੋਏ ਚੀਫ ਜਸਟਿਸ ਵੱਲੋਂ ਪਾਲਣਾ ਕਰਨੀ ਪਵੇਗੀ, ਸਾਨੂੰ ਸੰਵਿਧਾਨਕ ਅਦਾਲਤ ਦੇ ਤੌਰ 'ਤੇ ਸਵਾਲ ਤੱਕ ਪਹੁੰਚ ਕਰਨੀ ਚਾਹੀਦੀ ਹੈ। ਤਾਂ ਇਹਦੇ ਵਿੱਚ ਜੀ ਸਟਾਰਟਿੰਗ ਕੀਤੀ ਗਈ ਕਿ ਸੰਵਿਧਾਨ ਦੇ ਅਨੁਛੇਦ 14 ਦੁਆਰਾ ਦਰਸਾਈ ਗਈ ਸਮਾਨਤਾ ਦਾ ਅਧਿਕਾਰ, ਜੋ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਤੋਂ ਇਲਾਵਾ ਅਨੁਛੇਦ 16 ਨੇ ਵਿਸ਼ੇਸ਼ ਤੌਰ 'ਤੇ ਜਨਤਕ ਰੁਜ਼ਗਾਰ ਦੇ ਮਾਮਲਿਆਂ ਵਿੱਚ ਮੌਕੇ ਦੀ ਬਰਾਬਰੀ ਲਈ ਪ੍ਰਦਾਨ ਕੀਤਾ। ਇਹਨਾਂ ਮੌਲਿਕ ਅਧਿਕਾਰਾਂ ਨੂੰ ਦਬਾਉਂਦੇ ਹੋਏ ਧਾਰਾ 309 ਪ੍ਰਦਾਨ ਕੀਤੀ ਹੈ ਕਿ ਸੰਵਿਧਾਨ ਦੇ ਉਪਬੰਧਾਂ ਦੇ ਅਧੀਨ ਵਿਧਾਨ ਸਭਾ ਦੇ ਐਕਟ ਸੰਘ ਜਾਂ ਰਾਜ ਦੇ ਮਾਮਲਿਆਂ ਦੇ ਸੰਬੰਧ ਵਿੱਚ ਜਨਤਕ ਸੇਵਾਵਾਂ ਅਤੇ ਅਹੁਦਿਆਂ ਦੇ ਨਿਯੁਕਤ ਵਿਅਕਤੀਆਂ ਦੀ ਭਰਤੀ ਅਤੇ ਸੇਵਾ ਦੀਆਂ ਸ਼ਰਤਾਂ ਨੂੰ ਨਿਯਮਤ ਕਰ ਸਕਦੇ ਹਨ। ਤਾਂ ਇਹਦੇ ਵਿੱਚ 14 ਤੇ 16 ਜਿਹੜਾ ਅਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ, ਮੇਨ ਇਹ ਜਿਹੜੇ ਆਰਟੀਕਲ ਨੇ ਜੋ ਬਰਾਬਰਤਾ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ ਅਤੇ ਬਰਾਬਰ ਮੌਕਿਆਂ ਦਾ ਅਧਿਕਾਰ ਪ੍ਰਦਾਨ ਕਰਦੇ ਨੇ, ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਜੀ। ਇਹਨਾਂ ਤੋਂ ਬਿਨਾਂ ਕੋਈ ਵੀ ਭਰਤੀ ਸਿਰੇ ਨਹੀਂ ਚੜ੍ਹ ਸਕਦੀ, ਠੀਕ ਹੈ ਜੀ। ਇਹ ਜ਼ਰੂਰੀ ਨੇ। ਅੱਗੇ ਜੀ, ਸੰਬੰਧਿਤ ਸਾਰੇ ਮਾਮਲਿਆਂ ਬਾਰੇ ਕਮਿਸ਼ਨ ਨਾਲ ਸਲਾਹ ਮਸ਼ਵਰੇ ਦਾ ਆਦੇਸ਼ ਦਿੰਦੇ ਆ ਤੇ ਸੰਵਿਧਾਨ ਦੇ ਅਨੁਛੇਦ 16 ਦੁਆਰਾ ਮਾਨਤਾ ਪ੍ਰਾਪਤ ਪੱਖੀ ਕਾਰਵਾਈ ਦੇ ਹਿੱਸੇ ਵਜੋਂ ਅਨੁਛੇਦ 335, ਹਾਂਜੀ, ਇਹ ਵੀ ਇੱਕ ਜੋ ਪਾਲਿਸੀ ਬਣਾਉਣ ਲਈ ਜੋ ਜੁਆਇਨਿੰਗ ਵੇਲੇ ਦਾ ਸਿਸਟਮ ਦੇਖਿਆ ਜਾ ਰਿਹਾ, ਉੱਥੇ ਕਿਤੇ ਨਾ ਕਿਤੇ ਆਊਟਸੋਰਸਿਸ ਨੂੰ ਬਹੁਤ ਵੱਡੀ ਦਿੱਕਤ ਆ ਰਹੀ ਹੈ ਕਿ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਦੇ ਮੈਂਬਰਾਂ ਦੇ ਰੁਜ਼ਗਾਰ ਲਈ ਦਾਅਵਿਆਂ ਦੇ ਮਾਮਲੇ ਵਿੱਚ ਵਿਸ਼ੇਸ਼ ਵਿਚਾਰ ਕਰਨ ਦੀ ਵਿਵਸਥਾ ਕਰਦਾ ਹੈ। ਤਾਂ 335 ਜੋ SC ST, ਠੀਕ ਹੈ, ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਦਾ ਐਕਟ ਹੈ, ਇੱਕ ਆਰਟੀਕਲ ਹੈ, ਤਾਂ ਉਹ ਚੀਜ਼ ਵੀ, ਉਹਦੀ ਵੀ ਬਰਾਬਰ ਹੋਣੀ ਚਾਹੀਦੀ ਹੈ ਸਾਰੀ ਵਿੱਚ ਰੂਲਸ ਦੇ ਵਿੱਚ। ਰਾਜਾਂ ਨੇ ਉਪਰੋਕਤ ਸੰਵਿਧਾਨ ਗਰੰਟੀਆਂ ਨੂੰ ਲਾਗੂ ਕਰਨ ਲਈ ਐਕਟ ਨਿਯਮ ਜਾਂ ਨਿਯਮ ਬਣਾਏ ਹਨ। ਰਾਜ ਜਾਂ ਸੰਘ ਵਿੱਚ ਸੇਵਾ ਲਈ ਕੋਈ ਵੀ ਭਰਤੀ ਅਜਿਹੇ ਕਾਨੂੰਨ ਨਿਯਮਾਂ ਅਤੇ ਨਿਯਮਾਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। ਸੰਵਿਧਾਨ ਇਸ ਸੰਵਿਧਾਨ
ਯੋਜਨਾ ਤੋਂ ਬਾਹਰ ਅਤੇ ਇਸ ਵਿੱਚ ਨਿਰਧਾਰਿਤ ਸ਼ਰਤਾਂ ਦੀ ਪਾਲਣਾ ਕੀਤੇ ਬਿਨਾਂ ਕਿਸੇ ਰੁਜ਼ਗਾਰ ਦੀ ਕਲਪਨਾ नहीं कर सकती। तो सीधा स्पष्ट कह दिता गया जी इस चीज़ की तो कल्पना भी नहीं हो सकती जे तुसी रूल्स तो बाहर करते हो तो उन्होंने फिर संविधान के अंडर जिहड़ा सिविल सर्विस एक्ट हैगा उहदे विच शामिल नहीं किया जा सकता। तो मुढ़ों ही खारज करने वाली गल हो गई। तो लास्ट दे उत्ते जी असी गल करते हैं कि जो उन्होंने कहा लास्ट दे विच कनक्लूजन दे विच उन्होंने एक अपनी स्टेटमेंट, क्योंकि देखो जी ये सिद्धी कौमियां दे विच भी पाई हुई है, स्टेटमेंट उन्होंने वालों कही गई है। समानता बहुत सारे पहलुआं अते मापां दे नाल एक गतिशील संकल्प है अते इस नूं रवायती अते सिद्धांतक सीमावां दे अंदर पकड़िया बन्निया अते सीमित नहीं किया जा सकता। सकारात्मक दृष्टिकोण तो समानता मनमानी दे विरोधी है, समानता मनमानी दे विरोधी है। असल विच बराबरी अते आपहुदरेपण दी सौं चुकी जाती है। दुश्मन जिथे कोई कम अपहुदरा हुंदा है यह निश्चित है कि यह राजनीतिक तर्क अते संविधानिक कानून दोवां अनुसार असमान है अते इसलिए धारा 14 की उलंघना है जी। तो तुहानूं 14 ते 16 की जिहड़ी गल कीती सी बार बार उस चीज़ का जिक्र किया गया है। पंजाबी दे विच असी जी ये आर्टिकल चक्या सीगा, हो सकता कुछ शब्दां दा हेर फेर हो सकता है इंग्लिश तो पंजाबी दे विच जो कन्वर्ट किए ने, पर इस चीज़ तो ये स्पष्ट है कि जो चीज़ां भर्ती वेले नहीं मन्नियां गईयां संविधान के अकॉर्डिंग वो किते ना किते सानू एक बड़ा प्रश्न चिन्ह खड़ा करदियां ने ते उही इहदे विच रोड़ा बनदियां ने। पर दोस्तों ये ना समझियो कि कुछ हो नहीं सकता, क्योंकि बहुत सारियां गल्लां ने, बहुत सारे होर भी सुप्रीम कोर्ट दीयां जजमेंट्स ने जिहड़ा कि साडे सामने उस चीज़ का बहुत कुछ पिया है। क्योंकि अगर सीधे रैगूलर विभाग विच नहीं हो सकते तो विभाग दे विच रैगूलर करन तो पहला अगर तुहाडी 76-54 की गल याद होवे तो उन्होंने 3 साल लिए ठेके ते रख के फिर विभाग दे विच रैगूलर किया गया, पर उन्ना टाइम 3 साल वो विभाग दे विच ही सन। ठीक है जी। तो इस तरह दीयां बहुत सारियां चीज़ां ने ठेके ते कॉन्ट्रैक्ट ते प्रॉपर तुहानूं एक पोस्ट दे उत्ते, ठीक है, पोस्टां बहुत खाली पईयां जी महकमे दे विच। खुद सिक्ख्या मंत्री जां साडे मंत्री मंडल दे विच जां साडे मानयोग मुख मंत्री साहब अपने आप ही कहते हैं कि बहुत ज़्यादा सुधार करने वाले पे ने ते सत्ता च आउण तो पहलां भी कहते रहे ने। तो दोस्तों उम्मीद रखो बहुत कुछ होएगा। बहुत कुछ का मतलब ये है कि तुहाडे लई बहुत कुछ पॉजिटिव होएगा। अगर असी 15 साल सबर किया है तो मुलाजम वर्ग नूं ये 15 तरीक तक जां इस महीने की थोड़ी जी सबर की घुट होर भर लैनी चाहिए है। तो किते कई बार कुछ बनया बनाया आपदियां गलतियां नाल काम खराब ना हो जाए। 83-93 पोस्टां का ये इतिहास है। बच्चे तैयारी करते रह गए, अध्यापक तैयारी करते रह गए, पर असी कुछ भी कह लो करते तो चंगे लिए होंने आ, पर वह इसी कानूनी अड़चना दे विच फस गया सी ते वो मुड्ढों रद्द करके फिर देखो 14 तो 16 जो बराबरता का अधिकार है तो 50-50% उस दे अकॉर्डिंग किया गया कि नहीं किया गया जी। तो इस चीज़ का जरूर दोस्तों ध्यान रखना। बाकी शुभ इच्छावां दे नाल धन्नवाद जी।